ਵੈਲਕਮ ਸਵਾਗਤ ਹੈ ਤੁਹਾਡਾ ਸਟੱਡੀਸ਼ਿਪ YouTube ਚੈਨਲ ਤੇ। ਅੱਜ ਦੀ ਇਸ ਵੀਡੀਓ ਦੇ ਰਾਹੀਂ PSPCL ਦੇ ਵੱਲੋਂ ਗ੍ਰੈਜੂਏਟ ਤਕਨੀਸ਼ੀਅਨ ਅਪ੍ਰੈਂਟਿਸਸ਼ਿਪ ਦੇ ਲਈ ਜੋ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਉਹਦੇ ਨਾਲ ਸੰਬੰਧਿਤ ਜਿਹੜੇ ਅਪਾਇੰਟਮੈਂਟ ਲੈਟਰ ਹੈ ਜਾਂ ਆਫਿਸ ਆਰਡਰਸ ਹੈ ਜੁਆਇਨਿੰਗ ਦੇ ਲਈ ਕੈਂਡੀਡੇਟਸ ਨੂੰ ਰਿਸੀਵ ਹੋਣੇ ਸ਼ੁਰੂ ਹੋ ਗਏ ਹੈ। ਸੋ ਜੁਆਇਨਿੰਗ ਦੇ ਸਮੇਂ ਕਿਹੜੀਆਂ ਸ਼ਰਤਾਂ ਨੇ, ਕਿਹੜੇ ਨਿਯਮ ਨੇ, ਕਿਹੜੇ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਕੈਂਡੀਡੇਟਸ ਨੇ ਧਿਆਨ 'ਚ ਰੱਖਣੇ ਆ, ਉਹ ਤੁਹਾਡੇ ਨਾਲ ਜਾਣਕਾਰੀ ਅੱਜ ਸਾਂਝੀ ਕਰਾਂਗੇ। ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੁੱਢਲੀ ਜਾਣਕਾਰੀ ਦੇ ਨਾਲ ਜੁਆਇਨਿੰਗ ਸਮੇਂ ਨਿਯਮ ਤੇ ਸ਼ਰਤਾਂ ਤੇ ਇੱਕ ਮਹੱਤਵਪੂਰਨ ਨੋਟ ਦੀ ਜਾਣਕਾਰੀ ਮਿਲੇਗੀ। ਸੋ ਸਟੇ ਕਨੈਕਟਡ, ਸਟੇ ਅਪਡੇਟਡ, ਜੁੜੇ ਰਹੋ ਇਸ ਚੈਨਲ ਦੇ ਨਾਲ ਔਰ ਅਪਡੇਟ ਰਹੋ। ਸੋ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਦੱਸ ਦਈਏ ਕਿ PSPCL ਵੱਲੋਂ ਡਿਗਰੀ ਡਿਪਲੋਮਾ ਹੋਲਡਰਾਂ ਦੀ 1 ਸਾਲਾ ਗ੍ਰੈਜੂਏਟ ਟੈਕਨੀਸ਼ੀਅਨ ਅਪ੍ਰੈਂਟਿਸਸ਼ਿਪ ਲਈ 439 ਸੀਟਾਂ ਲਈ ਉਮੀਦਵਾਰਾਂ ਦੀ ਚੋਣ ਲਈ ਪ੍ਰਕਿਰਿਆ ਜਾਰੀ ਹੈ, ਚੱਲ ਰਹੀ ਹੈ ਪ੍ਰਕਿਰਿਆ। ਜਨਵਰੀ ਦੇ ਵਿੱਚ ਇਹਦੀ ਐਡਵਰਟਾਈਜ਼ਮੈਂਟ ਆਈ ਸੀ ਤੇ ਹੁਣ ਇਹਦੇ ਜਿਹੜੇ ਜੁਆਇਨਿੰਗ ਲੈਟਰ ਹੈ ਡਾਕੂਮੈਂਟ ਚੈਕਿੰਗ ਤੋਂ ਬਾਅਦ ਉਹ ਆਫਿਸ ਆਰਡਰ ਮਿਲਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਦਾ ਜਿਹੜਾ ਜੁਆਇਨਿੰਗ ਲੈਟਰ ਹੈ, ਜਿਹੜਾ ਤੁਹਾਨੂੰ ਆਫਿਸ ਆਰਡਰ ਹੈ ਉਹ ਮਿਲਿਆ ਹੋਏਗਾ। ਇਹਦਾ ਫਸਟ ਪਾਰਟ ਹੈ ਜਿਹੜਾ ਉੱਪਰਲਾ ਟੌਪ ਵਾਲਾ, ਇਹਦੇ 'ਚ ਤੁਹਾਡਾ ਨਾਮ, ਡੇਟ ਆਫ ਬਰਥ, ਅਗਲੇ ਕਾਲਮ ਦੇ ਵਿੱਚ ਰੋਲ ਨੰਬਰ ਤੁਹਾਡਾ, ਆਫਿਸ ਟੂ ਵਿਚ ਅਟੈਚਡ, ਆਫਿਸ ਦਾ ਨਾਂ ਜਿੱਥੇ ਤੁਹਾਡੀ ਟ੍ਰੇਨਿੰਗ ਹੈ ਜਿਹੜੀ ਅਪ੍ਰੈਂਟਿਸਸ਼ਿਪ ਲੱਗਣੀ ਹੈ, ਟ੍ਰੇਨਿੰਗ ਪੀਰੀਅਡ ਅੱਗੇ ਲਿਖਿਆ ਹੈ, ਡੇਟ। ਉਸ ਤੋਂ ਬਾਅਦ ਬੈਕ ਟੂ TTI ਪਟਿਆਲਾ, ਵਾਪਸ TTI ਪਟਿਆਲਾ ਜਾਣਾ ਹੈ, ਉਹ ਡੇਟ ਲਿਖੀ ਹੈ। ਸੋ ਉੱਪਰ ਟਾਈਟਲ ਦੇ ਵਿੱਚ ਇਹਦੇ PSPCL ਦਾ ਲੈਟਰ ਹੈਡ ਹੈ, ਉਹਨਾਂ ਦੇ ਲੈਟਰ ਹੈਡ ਦੇ ਉੱਪਰ ਅਫੀਸ਼ੀਅਲ ਲੈਟਰ ਇਹ ਤੁਹਾਨੂੰ ਮਿਲਿਆ ਹੋਏਗਾ। ਸੋ ਇੱਥੇ ਲਿਖਿਆ ਹੈ ਕਿ ਦਾ ਫੋਲੋਇੰਗ ਡਿਪਲੋਮਾ ਹੋਲਡਰਸ ਇਲੈਕਟ੍ਰੀਕਲ ਇੰਜੀਨੀਅਰਿੰਗ ਅਪ੍ਰੈਂਟਿਸਸ਼ਿਪ ਟ੍ਰੇਨੀਜ਼ ਅਪ੍ਰੈਂਟਿਸਸ਼ਿਪ ਐਕਟ 1961 as amended from time to time after online joining is hereby deputed for undergoing apprentice training in the office shown against his her name। ਕਿ ਆਨਲਾਈਨ ਜੁਆਇਨਿੰਗ ਤੋਂ ਬਾਅਦ ਇਸ ਆਫਿਸ ਦੇ ਨਾਲ ਉਹਨਾਂ ਨੂੰ ਅਟੈਚ ਕੀਤਾ ਜਾਂਦਾ ਹੈ ਆਪਣੀ ਅਪ੍ਰੈਂਟਿਸ ਪੂਰੀ ਕਰਨ ਦੇ ਲਈ, ਅਪ੍ਰੈਂਟਿਸਸ਼ਿਪ ਪੂਰੀ ਕਰਨ ਦੇ ਲਈ। ਇਹ ਤੁਹਾਡੇ ਪਾਰਟੀਕੂਲਰਸ ਹੋ ਗਏ, ਤੁਹਾਡੀ ਡੇਟ ਆਫ ਜੁਆਇਨਿੰਗ ਜਾਂ ਟ੍ਰੇਨਿੰਗ ਪੀਰੀਅਡ ਇੱਥੇ ਲਿਖਿਆ ਔਰ ਵਾਪਸ TTI ਕਦੋਂ ਜਾਣਾ ਉਹ ਡੇਟ ਲਿਖੀ ਹੈ। ਸੋ ਨੋਟ ਇੱਥੇ A ਔਰ B ਦੀ ਫਾਰਮ ਦੇ ਵਿੱਚ ਤੁਹਾਨੂੰ ਮਿਲਿਆ ਹੋਏਗਾ ਲੈਟਰ ਦੇ ਵਿੱਚ। ਨੋਟ A ਦੇ ਵਿੱਚ ਤੁਹਾਨੂੰ ਲਿਖਿਆ ਕਿ ਕਿੰਨਾ ਤੁਹਾਨੂੰ ਸਟਾਈਫਨ ਹੈ ਜਿਹੜਾ ਉਹ ਮਿਲੇਗਾ। 9000 ਸਟਾਈਫਨ ਮਿਲੇਗਾ ਜਿਹੜੇ ਗ੍ਰੈਜੂਏਟਸ ਨੇ ਔਰ ਜਿਹੜਾ ਗ੍ਰੈਜੂਏਟ ਅਪ੍ਰੈਂਟਿਸਸ਼ਿਪ ਨੇ, ਔਰ 8000 ਜਿਹੜਾ ਹੈਗਾ ਡਿਪਲੋਮਾ ਹੋਲਡਰਸ ਨੂੰ ਮਿਲੇਗਾ। ਇਹ ਇੱਥੇ ਨੋਟ ਦਿੱਤਾ ਹੈ। B ਨੋਟ ਦੇ ਵਿੱਚ ਲਿਖਿਆ ਕਿ ਇਟ ਸ਼ੁੱਡ ਬੀ ਕਲੀਅਰਲੀ ਅੰਡਰਸਟੂਡ ਦੈਟ ਯੂ ਵਿਲ ਬੀ ਔਨ ਟ੍ਰੇਨਿੰਗ ਓਨਲੀ ਫॉर 1 ਈਅਰ ਅੰਡਰ ਅਪ੍ਰੈਂਟਿਸਸ਼ਿਪ ਐਕਟ 1961 ਐਜ਼ ਅਮੈਂਡਡ ਟਿਲ ਡੇਟ। ਕਿ ਹੁਣ ਤੱਕ ਅੱਜ ਦੀ ਡੇਟ ਤੱਕ ਅਪ੍ਰੈਂਟਿਸਸ਼ਿਪ ਐਕਟ 1961 1961 ਦੇ ਤਹਿਤ ਤੁਸੀਂ 1 ਸਾਲ ਲਈ ਅਪ੍ਰੈਂਟਿਸਸ਼ਿਪ ਟ੍ਰੇਨਿੰਗ 'ਤੇ ਹੋ। ਸਿਰਫ 1 ਸਾਲ ਦੀ ਤੁਹਾਡੀ ਟ੍ਰੇਨਿੰਗ ਹੈ। ਯੂ ਵਿਲ ਹੈਵ ਨੋ ਕਲੇਮ ਰਿਗਾਰਡਿੰਗ ਅਬਜ਼ੋਰਸ਼ਨ ਇਨ PSPCL ਔਨ ਕੰਪਲੀਸ਼ਨ ਆਫ ਯੂਅਰ ਟ੍ਰੇਨਿੰਗ ਅਪ੍ਰੈਂਟਿਸਸ਼ਿਪ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕਲੇਮ ਹੈ ਜਿਹੜਾ PSPCL ਦੇ ਅਬਜ਼ੋਰਸ਼ਨ ਦੇ ਲਈ, PSPCL ਦੇ ਵਿੱਚ ਅਬਜ਼ੋਰਸ਼ਨ ਤੁਹਾਡੀ ਹੋਵੇ, ਉਸ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਲੇਮ ਹੈ ਜਿਹੜਾ ਉਹ ਨਹੀਂ ਕਰ ਸਕਦੇ। ਇਹ ਸਿਰਫ ਤੁਹਾਡੀ 1 ਸਾਲ ਦੀ ਟ੍ਰੇਨਿੰਗ ਹੈ। ਉਸ ਤੋਂ ਬਾਅਦ ਇਹਦੇ 'ਚ 8-9 ਪੁਆਇੰਟ ਹੋਰ ਲਿਖੇ ਹੈ। ਪੁਆਇੰਟ 1 ਜਿਹੜਾ ਹੈ ਉਹ ਤੁਹਾਨੂੰ ਦੱਸਦੀ ਕਿ ਯੂ ਵਿਲ ਬੀ ਲਾਇਬਲ ਟੂ ਬੀ ਡਿਪਿਊਟਡ ਫॉर ਟ੍ਰੇਨਿੰਗ ਆਫਟਰ ਸਕਸੈਸਫੁਲੀ ਕ੍ਰੀਏਸ਼ਨ ਆਫ ਯੂਅਰ ਆਨਲਾਈਨ ਕੰਟਰੈਕਟ। ਤੁਸੀਂ ਆਨਲਾਈਨ ਕੰਟਰੈਕਟ ਹੈ ਜਿਹੜਾ ਉਹ ਸਕਸੈਸਫੁਲੀ ਕ੍ਰੀਏਟ ਕਰੋਗੇ, ਉਸ ਤੋਂ ਬਾਅਦ ਤੁਹਾਨੂੰ ਡਿਪਿਊਟ ਕੀਤਾ ਜਾਏਗਾ ਟ੍ਰੇਨਿੰਗ 'ਤੇ। ਔਨ ਵਰਕਸ ਔਰ ਐਲਸਵੇਅਰ ਅੰਡਰ ਐਨੀ ਆਫਿਸ ਆਫ PSPCL, ਕਿਸੇ ਵੀ ਕੰਮ ਲਈ ਤੁਹਾਨੂੰ ਇਸ ਟ੍ਰੇਨਿੰਗ ਦੇ ਦੌਰਾਨ ਲਗਾਇਆ ਜਾ ਸਕਦਾ ਹੈ ਜਾਂ ਫਿਰ ਤੁਹਾਨੂੰ PSPCL ਦੇ ਕਿਸੇ ਵੀ ਆਫਿਸ ਦੇ ਵਿੱਚ ਡਿਪਿਊਟ ਕੀਤਾ ਜਾ ਸਕਦਾ ਥਰੂ ਆਊਟ ਪੰਜਾਬ ਵਿਦਆਊਟ ਇੰਟਾਈਟਲਮੈਂਟ ਆਫ ਐਨੀ TADA। ਤੁਹਾਨੂੰ ਬਿਨਾਂ ਕਿਸੇ TADA ਦਿੱਤੇ ਆ ਹੋਰ ਐਕਸਟਰਾ TADA ਤੁਹਾਨੂੰ ਨਹੀਂ ਮਿਲਣਾ ਪੰਜਾਬ ਦੇ ਕਿਸੇ ਵੀ PSPCL ਆਫਿਸ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੇ PSPCL ਦੇ ਕੰਮ ਲਈ ਇਸ ਟ੍ਰੇਨਿੰਗ ਦੌਰਾਨ ਕੰਮ 'ਤੇ ਲਗਾਇਆ ਜਾ ਸਕਦਾ ਹੈ। ਸੈਕੰਡ ਪੁਆਇੰਟ ਇਹਦੇ 'ਚ ਹੈ ਕਿ ਨਾਈਦਰ ਰੈਂਟ ਫਰੀ ਅਕੋਮੋਡੇਸ਼ਨ ਨੌਰ ਐਨੀ ਅਲਾਉੈਂਸ ਵਿਲ ਬੀ ਪੇਏਬਲ ਡਿਊਰਿੰਗ ਅਪ੍ਰੈਂਟਿਸਸ਼ਿਪ ਪੀਰੀਅਡ। ਅਪ੍ਰੈਂਟਿਸਸ਼ਿਪ ਪੀਰੀਅਡ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਰੈਂਟ ਫਰੀ ਅਕੋਮੋਡੇਸ਼ਨ ਜਾਂ ਕੋਈ ਕਿਸੇ ਤਰ੍ਹਾਂ ਦਾ ਹੋਰ ਭੱਤਾ ਤੁਹਾਨੂੰ ਅਦਾਇਗੀਯੋਗ ਨਹੀਂ ਹੋਏਗਾ। ਕਿਸੇ ਤਰ੍ਹਾਂ ਦਾ ਕੋਈ ਭੱਤਾ ਨਹੀਂ ਮਿਲਣਾ। ਉੱਕਾ ਪੁੱਕਾ ਤੁਹਾਨੂੰ ਜਿਹੜਾ ਸਟਾਈਫਨ ਹੈ, ਤੁਹਾਨੂੰ ਮਾਨ ਭੇਟਾ ਹੈ, ਇਹ ਮਿਲਣੀ ਹੈ। ਯੂ ਸ਼ੁੱਡ, ਥਰਡ ਪੁਆਇੰਟ ਹੈ, ਯੂ ਸ਼ੁੱਡ ਅਪੀਅਰ ਬਿਫੋਰ ਦਾ ਸਿਵਲ ਸਰਜਨ ਆਫ ਯੂਅਰ ਡਿਸਟ੍ਰਿਕਟ ਫॉर ਯੂਅਰ ਮੈਡੀਕਲ ਐਗਜ਼ਾਮੀਨੇਸ਼ਨ ਐਂਡ ਪ੍ਰੋਡਿਊਸ ਮੈਡੀਕਲ ਫਿਟਨੈਸ ਸਰਟੀਫਿਕੇਟ ਐਟ ਦਾ ਟਾਈਮ ਆਫ ਜੁਆਇਨਿੰਗ। ਕਿ ਤੁਸੀਂ ਆਪਣੇ ਡਿਸਟ੍ਰਿਕਟ ਦੇ, ਆਪਣੇ ਜ਼ਿਲ੍ਹੇ ਦੇ ਸਿਵਲ ਸਰਜਨ ਆਫਿਸ ਦੇ ਵਿੱਚ ਜਾ ਕੇ ਤੁਸੀਂ ਆਪਣਾ ਮੈਡੀਕਲ ਫਿਟਨੈਸ ਦਾ ਜਿਹੜਾ ਸਰਟੀਫਿਕੇਟ ਆ ਉਹ ਤਿਆਰ ਕਰਵਾਉਣਾ ਹੈ, ਮੈਡੀਕਲ ਐਗਜ਼ਾਮੀਨੇਸ਼ਨ ਕਰਵਾਉਣੀ ਹੈ। ਮੈਡੀਕਲ ਕਰਵਾਉਣ ਤੋਂ ਬਾਅਦ ਇਹ ਤੁਸੀਂ ਜੁਆਇਨਿੰਗ ਦੇ ਟਾਈਮ 'ਤੇ ਮੈਡੀਕਲ ਫਿਟਨੈਸ ਸਰਟੀਫਿਕੇਟ ਜਿਹੜਾ ਸਿਵਲ ਸਰਜਨ ਵੱਲੋਂ ਜਾਰੀ ਕੀਤਾ ਜਾਏਗਾ ਆਫਿਸ ਵੱਲੋਂ, ਉਹ ਤੁਸੀਂ ਉੱਥੇ ਜਮ੍ਹਾਂ ਕਰਵਾਉਣਾ ਹੈ। ਫੋਰਥ ਪੁਆਇੰਟ ਇਹਦੇ 'ਚ ਹੈ ਕਿ ਦਾ ਕੰਟਰੋਲਿੰਗ ਆਫਿਸਰਸ ਵਿਦ ਹੋਮ ਦਾ ਟ੍ਰੇਨੀ ਇਜ਼ ਅਟੈਚਡ ਫॉर ਦਾ ਪਰਪਜ਼ ਆਫ ਟ੍ਰੇਨਿੰਗ ਸ਼ੈਲ ਵਾਚ ਦਾ ਪਰਫਾਰਮੈਂਸ ਐਪਟੀਚਿਊਡ ਐਂਡ ਇੰਟਰਸਟ ਸ਼ੋਨ ਬਾਏ ਦਾ ਅਪ੍ਰੈਂਟਿਸ ਟ੍ਰੇਨੀ ਡਿਊਰਿੰਗ ਦਾ ਟ੍ਰੇਨਿੰਗ ਪੀਰੀਅਡ। ਕਿ ਟ੍ਰੇਨਿੰਗ ਪੀਰੀਅਡ ਦੇ ਦੌਰਾਨ ਜਿਹੜੇ ਵੀ ਕੰਟਰੋਲਿੰਗ ਆਫਿਸਰਸ ਦੇ ਨਾਲ ਇਹ ਟ੍ਰੇਨੀ ਨੂੰ ਅਟੈਚ ਕੀਤਾ ਜਾ ਰਿਹਾ, ਉਹ ਉਹਨਾਂ ਦੀ ਪਰਫਾਰਮੈਂਸ, ਐਪਟੀਚਿਊਡ ਅਤੇ ਇੰਟਰਸਟ ਹੈ ਜਿਹੜਾ ਉਹ ਵਾਚ ਕਰਨਗੇ, ਉਹ ਚੈੱਕ ਕਰਦੇ ਰਹਿਣਗੇ। ਅ ਡੇਟ ਵਾਈਜ਼ ਟ੍ਰੇਨਿੰਗ ਰਿਪੋਰਟ
diary covering day-to-day activities shall be written by the apprenticeship trainee and got initiate from the officer in charge of training regularly। ਕਿ ਤੁਸੀਂ ਡੇਟ ਵਾਈਜ਼ ਡੇਲੀ ਰਿਪੋਰਟ ਹੈ ਜਿਹੜੀ ਕੈਂਡੀਡੇਟ ਨੇ ਟ੍ਰੇਨੀ ਨੇ ਬਣਾਉਣੀ ਹੈ, ਔਰ ਹਰ ਰੋਜ਼ ਦੀ ਉਹਦੇ 'ਚ ਐਕਟੀਵਿਟੀਜ਼ ਕਿ ਤੁਸੀਂ ਕੀ ਕੰਮ ਕੀਤਾ ਟ੍ਰੇਨਿੰਗ ਦੇ ਦੌਰਾਨ, ਕੀ ਟ੍ਰੇਨਿੰਗ ਲਈ ਡੇਲੀ, ਉਹ ਤੁਸੀਂ ਲਿਖਦੇ ਜਾਣਾ ਆਪਣੀ ਡਾਇਰੀ ਦੇ ਵਿੱਚ। ਔਰ ਉਹਦੇ ਨਾਲ ਨਾਲ ਤੁਸੀਂ ਜਿਹੜੇ ਤੁਹਾਡੇ ਆਫੀਸਰ ਇੰਚਾਰਜ ਹੋਣਗੇ, ਜਿਹੜੇ ਤੁਹਾਡੇ ਜਿੱਥੇ ਤੁਹਾਡੀ ਟ੍ਰੇਨਿੰਗ ਲੱਗੀ ਹੋਈ ਹੈ, ਉਹਨਾਂ ਤੋਂ ਨਾਲ ਇਨੀਸ਼ੀਅਲਸ ਹੈ ਜਿਹੜੇ ਉਹ ਕਰਵਾ ਲੈਣੇ ਆ, ਸਾਈਨ ਹਰ ਰੋਜ਼ ਡੇਲੀ ਕਰਵਾ ਲੈਣੇ ਆ, ਹਰ ਰੋਜ਼ ਦੀ ਡੇਟ ਵਾਈਜ਼ ਡਾਇਰੀ ਦੇ ਉੱਪਰ। ਉਸ ਤੋਂ ਬਾਅਦ 5ਵਾਂ ਪੁਆਇੰਟ ਇਹਦੇ 'ਚ ਹੈ ਦ ਵਰਕ ਐਂਡ ਕੰਡਕਟ ਰਿਪੋਰਟ ਔਨ ਦ ਪ੍ਰੈਸਕ੍ਰਾਈਬਡ ਪਰਫਾਰਮਾ ਅਲੋਂਗ ਵਿਦ ਅਟੈਸਟਡ ਕਾਪੀ ਆਫ ਅਟੈਂਡੈਂਸ ਰਜਿਸਟਰ ਆਫ apprentice trainee will be forwarded by the controlling officer with whom she is attached to additional SC OD MD PSPCL ਪਟਿਆਲਾ at the time of completion of the training period। ਕਿ ਤੁਹਾਡੀ ਟ੍ਰੇਨਿੰਗ ਪੂਰੀ ਹੋਣ ਤੋਂ ਉਪਰੰਤ, ਟ੍ਰੇਨਿੰਗ ਪੀਰੀਅਡ ਤੁਹਾਡਾ ਪੂਰਾ ਹੋਣ ਤੋਂ ਬਾਅਦ ਤੁਹਾਡਾ ਵਰਕ ਐਂਡ ਕੰਡਕਟ ਰਿਪੋਰਟ, ਤੁਹਾਡੀ ਕੰਮਕਾਰ ਕਿੱਦਾਂ ਦਾ ਰਿਹਾ, ਤੁਹਾਡਾ ਕੰਡਕਟ ਕਿੱਦਾਂ ਦਾ ਰਿਹਾ ਉੱਥੇ, ਔਰ ਇਹ ਪਰਫਾਰਮਾ ਇੱਕ ਦਿੱਤਾ ਹੋਇਆ ਸਪੈਸ਼ਲੀ ਡਿਜ਼ਾਈਨਡ ਹੈ, ਉਹਦੇ ਵਿੱਚ ਭਰ ਕੇ ਉਹਦੀ ਅਟੈਸਟਡ ਕਾਪੀ ਜਿਹੜੀ ਅਟੈਂਡੈਂਸ ਰਜਿਸਟਰ ਦੀ ਨਾਲ ਲਾ ਕੇ ਉਹ ਜਿਹੜੇ ਤੁਹਾਡੇ ਕੰਟਰੋਲਿੰਗ ਅਫੀਸਰ ਨੇ ਉਹਨਾਂ ਵੱਲੋਂ ਐਡੀਸ਼ਨਲ SC OD MD PSPCL ਪਟਿਆਲਾ ਨੂੰ ਭੇਜੀ ਜਾਏਗੀ। ਟ੍ਰੇਨਿੰਗ ਰਿਪੋਰਟ ਵਿਲ ਆਲਸੋ ਵੀ ਸਬਮਿਟਡ ਬਾਈ ਈਚ ਅਪ੍ਰੈਂਟਿਸ ਟ੍ਰੇਨੀ ਅਲੋਂਗ ਵਿਦ ਵਰਕ ਐਂਡ ਕੰਡਕਟ ਰਿਪੋਰਟ। ਟ੍ਰੇਨਿੰਗ ਰਿਪੋਰਟ ਹੈ ਜਿਹੜੀ ਤੁਹਾਡੀ 1 ਸਾਲ ਦੀ ਟ੍ਰੇਨਿੰਗ ਤੁਸੀਂ ਕੀਤੀ, ਉਹਦੀ ਰਿਪੋਰਟ ਵੀ ਹੈ ਜਿਹੜੀ, ਉਹ ਵੀ ਤੁਹਾਡੇ ਵਰਕ ਐਂਡ ਕੰਡਕਟ ਰਿਪੋਰਟ ਦੇ ਨਾਲ ਜਮ੍ਹਾਂ ਹੋਏਗੀ। ਇਹ ਅਪ੍ਰੈਂਟਿਸ ਟ੍ਰੇਨੀ ਨੇ ਜਮ੍ਹਾਂ ਕਰਵਾਉਣੀ ਹੁੰਦੀ ਹੈ। 6ਵਾਂ ਪੁਆਇੰਟ ਹੈ ਜਿਹੜਾ ਦਾ ਪਰਫਾਰਮੈਂਸ ਰਿਪੋਰਟ ਔਨ ਪ੍ਰੈਸਕ੍ਰਾਈਬਡ ਪਰਫਾਰਮਾ ਵਿਲ ਬੀ ਫਾਰਵਰਡਡ ਥਰੂ ਈਮੇਲ ਬਾਈ ਦ ਕੰਟਰੋਲਿੰਗ ਅਫੀਸਰ ਵਿਦ whom she is attached to additional SC OD MD PSPCL ਪਟਿਆਲਾ on completion of each quarter of the training period, and hard copies of performance report will also be submitted along with the work and conduct report। ਕਿ ਹਰ ਕੁਆਟਰ ਦੇ ਬਾਅਦ ਮੀਨਜ਼ 1 ਸਾਲ ਦੀ ਤੁਹਾਡੀ ਟ੍ਰੇਨਿੰਗ ਹੈ ਤਾਂ 4 ਕੁਆਟਰ ਹੋ ਗਏ, 3 ਮਹੀਨਿਆਂ ਦਾ 1 ਕੁਆਟਰ ਬਣਦਾ ਹੈ, ਤਾਂ ਹਰ ਕੁਆਟਰ ਦੇ ਬਾਅਦ ਮਤਲਬ ਪੂਰੇ ਸਾਲ ਦੇ ਵਿੱਚ ਤੁਹਾਡੀ 4 ਵਾਰ ਜਿਹੜੀ ਪਰਫਾਰਮੈਂਸ ਰਿਪੋਰਟ ਹੈ, ਇੱਕ ਪ੍ਰੈਸਕ੍ਰਾਈਬਡ ਪਰਫਾਰਮਾ ਹੈ, ਇਹਦੇ ਲਈ ਡਿਜ਼ਾਈਨ ਕੀਤਾ ਸਪੈਸ਼ਲੀ ਪਰਫਾਰਮਾ, ਉਹਦੇ ਵਿੱਚ ਭਰ ਕੇ ਤੁਹਾਡੇ ਕੰਟਰੋਲਿੰਗ ਆਫੀਸਰ ਸਾਹਿਬਾਨ ਨੇ ਇਸ ਈਮੇਲ 'ਤੇ ਤੁਸੀਂ ਹਰ 3 ਮਹੀਨੇ ਬਾਅਦ ਭੇਜੀ ਜਾਇਆ ਕਰੇਗੀ, ਜਿਹਦੀ ਈਮੇਲ ID ਹੈ apprenticeshipodmd@gmail.com। ਇਹ ਤੁਹਾਡੇ ਜਿਹੜੇ ਕੰਟਰੋਲਿੰਗ ਅਫੀਸਰ ਨੇ ਤੁਹਾਡੀ ਜਿੱਥੇ ਟ੍ਰੇਨਿੰਗ ਲੱਗਣੀ ਹੈ ਉਹਨਾਂ ਵੱਲੋਂ ਭੇਜੀ ਜਾਇਆ ਕਰੇਗੀ ਆਪਣੇ ਪਰਫਾਰਮੇ ਦੇ ਵਿੱਚ ਭਰ ਕੇ। ਔਰ ਇਹਦੀਆਂ ਹਾਰਡ ਕਾਪੀਜ਼ ਨੇ ਜਿਹੜੀਆਂ ਪਰਫਾਰਮੈਂਸ ਰਿਪੋਰਟ ਦੀਆਂ, ਇਹ ਸਬਮਿਟ ਕਰਵਾਈਆਂ ਜਾਣਗੀਆਂ ਵਰਕ ਐਂਡ ਕੰਡਕਟ ਰਿਪੋਰਟ ਦੇ ਨਾਲ। 7th ਪੁਆਇੰਟ ਹੈ apprentice trainee shall report to the concerned office on the reporting day at 9 AM sharp। ਜਿਹੜੇ ਆਫਿਸ ਦੇ ਵਿੱਚ ਤੁਹਾਡੀ ਟ੍ਰੇਨਿੰਗ ਲੱਗਣ ਜਾ ਰਹੀ ਹੈ, ਜਿੱਥੇ ਤੁਸੀਂ ਅਟੈਚ ਕੀਤੇ ਗਏ ਹੋ, ਉੱਥੇ ਤੁਸੀਂ ਜਿਹੜੇ ਵੀ ਰਿਪੋਰਟਿੰਗ ਦਾ ਦਿਨ ਹੈ ਤੁਹਾਡਾ, ਉੱਥੇ 9 ਵਜੇ ਸਹੀ ਤੁਸੀਂ ਮਾਰਨਿੰਗ ਰਿਪੋਰਟ ਕਰਨਾ ਹੈ। ਐਂਡ ਸੈਂਡ ਦਾ ਜੁਆਇਨਿੰਗ ਰਿਪੋਰਟ ਟੂ ਦਿਸ ਆਫਿਸ ਵਾਇਆ ਈਮੇਲ। OD MD ਦੇ ਆਫਿਸ ਨੂੰ ਤੁਸੀਂ ਇਸ ਈਮੇਲ ID 'ਤੇ ਆਪਣੀ ਜੁਆਇਨਿੰਗ ਰਿਪੋਰਟ ਹੈ ਜਿਹੜੀ ਭੇਜ ਦੇਣੀ ਹੈ apprenticeshipodmd@gmail.com। ਇਹ ਈਮੇਲ ID ਤੁਸੀਂ ਨੋਟ ਕਰ ਲੈਣਾ, apprenticeshipodmd@gmail.com। ਐਂਡ ਹਾਰਡ ਕਾਪੀ ਟੂ ਬੀ ਸੈਂਟ ਲੇਟਰ। ਬਾਅਦ ਦੇ ਵਿੱਚ ਹਾਰਡ ਕਾਪੀ ਭੇਜ ਦੇਣੀ ਇਹਨਾਂ ਨੂੰ, ਤੁਸੀਂ ਬਾਏ ਪੋਸਟ ਭੇਜ ਸਕਦੇ ਹੋ, ਬਾਏ ਹੈਂਡ ਉੱਥੇ ਜਮ੍ਹਾਂ ਕਰਵਾ ਸਕਦੇ ਹੋ। ਇੱਕ ਵਾਰ ਤੁਸੀਂ ਸੇਮ ਡੇ ਜਦੋਂ ਜੁਆਇਨ ਕਰ ਲੈਣਾ, ਆਪਣੀ ਜੁਆਇਨਿੰਗ ਰਿਪੋਰਟ ਇਸ ਈਮੇਲ ID 'ਤੇ ਵੀ ਭੇਜ ਦੇਣੀ ਹੈ। ਨੋ ਅਪ੍ਰੈਂਟਿਸ ਟ੍ਰੇਨੀ ਵਿਲ ਬੀ ਅਲਾਊਡ ਟੂ ਜੁਆਇਨ ਆਫਟਰ ਦਾ ਅਬਵ ਮੈਂਸ਼ਨ ਡੇਟ ਵਿਦਾਊਟ ਦਾ ਪਰਮਿਸ਼ਨ ਆਫ ਦਿਸ ਆਫਿਸ। ਜੋ ਤੁਹਾਡੇ ਲੈਟਰ ਦੇ ਵਿੱਚ ਲਿਖਿਆ ਹੈ ਜੁਆਇਨਿੰਗ ਰਿਪੋਰਟ ਦੇਣੀ ਹੈ ਤੁਸੀਂ ਉਸ ਡੇਟ ਨੂੰ। ਉਸ ਤੋਂ ਬਾਅਦ ਜੇ ਉਹ ਡੇਟ ਤੋਂ ਤੁਸੀਂ ਲੇਟ ਹੋ ਜਾਂਦੇ ਹੋ ਤਾਂ ਤੁਸੀਂ ਇਸ ਆਫਿਸ ਤੋਂ PSPCL ਦਾ ਜਿਹੜਾ OD MD ਦਾ ਆਫਿਸ ਹੈ ਜਿੱਥੋਂ ਤੁਹਾਡੀ ਟ੍ਰੇਨਿੰਗ ਇਹ ਲੱਗੀ ਹੈ, ਉੱਦਾਂ ਦੀ ਪਰਮਿਸ਼ਨ ਤੋਂ ਬਿਨਾਂ ਅਫੀਸ਼ੀਅਲ ਦਫ਼ਤਰੀ ਤੌਰ 'ਤੇ ਤੁਹਾਨੂੰ ਪਰਮਿਸ਼ਨ ਲੈਣੀ ਪਵੇਗੀ। ਜੇ ਤੁਸੀਂ ਕਿਸੇ ਕਾਰਨ ਲੇਟ ਹੋ ਜਾਂਦੇ ਹੋ, ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਸਿੱਧੇ ਤੌਰ 'ਤੇ ਤੁਸੀਂ ਆਪਣੀ ਲਾਸਟ ਡੇਟ ਤੋਂ ਬਾਅਦ ਜੁਆਇਨ ਨਹੀਂ ਕਰ ਸਕਦੇ। 8th ਪੁਆਇੰਟ ਇਹਦੇ 'ਚ ਹੈ ਕਿ ਦ ਅਪ੍ਰੈਂਟਿਸ ਟ੍ਰੇਨੀਜ਼ ਮਸਟ ਬੀ ਰਿਲੀਵਡ ਔਨ ਦਾ ਡੇਟ ਮੈਂਸ਼ਨ ਅਗੇਂਸਟ ਦੇਅਰ ਨੇਮਸ। ਜਿਹੜੀ ਤੁਹਾਡੇ ਨਾਮ ਦੇ ਅੱਗੇ ਇਸ ਲੈਟਰ ਦੇ ਵਿੱਚ ਤੁਹਾਨੂੰ ਜਿਹੜਾ ਲੈਟਰ ਮਿਲੇਗਾ, ਜਿਹੜੀ ਵੀ ਡੇਟ ਲਾਸਟ ਡੇਟ ਦਿੱਤੀ ਗਈ ਹੈ ਕਿ ਇਸ ਤੋਂ ਇਸ ਡੇਟ ਤੱਕ ਤੁਹਾਡਾ ਟ੍ਰੇਨਿੰਗ ਪੀਰੀਅਡ ਹੈ, ਉਹ ਲਾਸਟ ਡੇਟ ਨੂੰ ਤੁਸੀਂ ਰਿਲੀਵ ਕਰ ਦੇਣਾ ਤੁਹਾਨੂੰ ਆਫਿਸ ਨੇ, ਤੁਹਾਡੇ ਕੰਟਰੋਲਿੰਗ ਆਫੀਸਰਸ ਨੇ। ਇਨ ਕੇਸ ਦੇ ਆਰ ਨਾਟ ਰਿਲੀਵਡ ਔਨ ਦਾ ਪ੍ਰੈਸਕ੍ਰਾਈਬਡ ਡੇਟ, ਜੇ ਤੁਹਾਨੂੰ ਉਸ ਦੱਸੀ ਹੋਈ ਡੇਟ ਮੈਂਸ਼ਨਡ ਡੇਟ ਤੋਂ ਬਾਅਦ ਰਿਲੀਵ ਕੀਤਾ ਜਾਂਦਾ, ਤੁਸੀਂ ਉਸ ਡੇਟ ਨੂੰ ਰਿਲੀਵ ਨਹੀਂ ਕੀਤੇ ਜਾਂਦੇ, apprentice charges for those days will be recovered from the officer in charge under whom the apprentice is working besides disciplinary action as per rules। ਕਿ ਤੁਹਾਡੇ ਜਿਹੜੇ ਆਫੀਸਰ ਇੰਚਾਰਜ ਨੇ ਉਹਨਾਂ 'ਤੇ ਫਿਰ ਜਿਹੜਾ ਡਿਸਪਲਿਨਰੀ ਐਕਸ਼ਨ ਵੀ ਹੋ ਸਕਦਾ ਹੈ, ਕੋਈ ਅਨੁਸ਼ਾਸਨੀ ਕਾਰਵਾਈ ਵੀ ਹੋ ਸਕਦੀ ਹੈ, ਜਾਂ ਜਿਹੜੀ ਉਹਨਾਂ ਦੇ ਅਪ੍ਰੈਂਟਿਸਸ਼ਿਪ ਦੇ ਚਾਰਜ ਪੈਣਗੇ ਕੈਂਡੀਡੇਟਸ ਦੇ ਓਵਰ ਟਾਈਮ ਦੇ, ਤਾਂ ਉਹ ਤੁਹਾਡੇ ਆਫੀਸਰ ਇੰਚਾਰਜ ਤੋਂ ਚਾਰਜ ਕੀਤੇ ਜਾਣਗੇ। ਦੈਟ ਮੀਨਸ ਤੁਸੀਂ ਜਿਹੜਾ ਪੀਰੀਅਡ ਤੁਹਾਡਾ 1 ਸਾਲ ਦਾ ਬਣਦਾ, ਉਸ ਪੀਰੀਅਡ ਦੀ ਲਾਸਟ ਡੇਟ ਨੂੰ ਤੁਹਾਨੂੰ ਰਿਲੀਵ ਕਰ ਦਿੱਤਾ ਜਾਏਗਾ।
9ਵਾਂ ਪੁਆਇੰਟ ਹੈ ਕੰਟਰੋਲਿੰਗ ਅਫੀਸਰ ਸ਼ੈਲ ਆਇਡੈਂਟੀਫਾਈ ਦਾ ਇਨਕੂਬੈਂਟ ਟ੍ਰੇਨੀ ਫੇਸ ਵਿਦ ਦਾ ਆਧਾਰ ਕਾਰਡ ਫੋਟੋ ਐਟ ਦਾ ਟਾਈਮ ਆਫ ਜੁਆਇਨਿੰਗ। ਤੁਹਾਡੇ ਜਿਹੜੇ ਕੰਟਰੋਲਿੰਗ ਅਫੀਸਰ ਨੇ ਜਿੱਥੇ ਤੁਸੀਂ ਜੁਆਇਨ ਕਰਨ ਜਾ ਰਹੇ ਹੋ ਉਹ ਤੁਹਾਡੇ ਆਧਾਰ ਕਾਰਡ ਵਾਲੀ ਫੋਟੋ ਨਾਲ ਤੁਹਾਡੇ ਫੇਸ ਨੂੰ ਜਿਹੜਾ ਹੈ ਮੈਚ ਕਰਨਗੇ ਕਿ ਸੇਮ ਕੈਂਡੀਡੇਟ ਜੁਆਇਨ ਕਰਨ ਆ ਰਿਹਾ ਆਧਾਰ ਕਾਰਡ ਵਾਲੀ ਫੋਟੋ ਨਾਲ ਮੈਚ ਕਰ ਲੈਣਗੇ। 10ਵਾਂ ਪੁਆਇੰਟ ਹੈ ਲੈਫਟ ਥੰਬ ਇੰਪ੍ਰੈਸ਼ਨ ਆਫ ਇਨਕੂਬੈਂਟ ਟ੍ਰੇਨੀ ਸ਼ੈਲ ਬੀ ਟੇਕਨ ਔਨ ਜੁਆਇਨਿੰਗ ਰਿਪੋਰਟ ਅਲੋਂਗ ਵਿਦ ਸਿਗਨੇਚਰਸ ਆਫ ਟ੍ਰੇਨੀ। ਕਿ ਤੁਸੀਂ ਜੁਆਇਨਿੰਗ ਰਿਪੋਰਟ ਜਿਹੜੀ ਦੇਣੀ ਹੈ ਆਪਣੀ ਐਪਲੀਕੇਸ਼ਨ ਲਿਖਣੀ ਹੈ ਕਿ ਮੈਂ ਜੁਆਇਨ ਕਰ ਰਿਹਾ ਇਸ ਡੇਟ ਨੂੰ, ਇਸ ਆਰਡਰ ਦੇ ਤਹਿਤ ਮੈਨੂੰ ਜੁਆਇਨਿੰਗ ਲਈ ਇੱਥੇ ਜਿਹੜੇ ਹੁਕਮ ਹੋਏ ਨੇ, ਤਾਂ ਟ੍ਰੇਨੀ ਦੇ ਸਿਗਨੇਚਰ ਦੇ ਨਾਲ ਕੈਂਡੀਡੇਟ ਦੇ ਸਿਗਨੇਚਰਸ ਦੇ ਨਾਲ ਤੁਹਾਡਾ ਲੈਫਟ ਥੰਬ ਇੰਪ੍ਰੈਸ਼ਨ ਖੱਬੇ ਹੱਥ ਦਾ ਅੰਗੂਠੇ ਦਾ ਨਿਸ਼ਾਨ ਹੈ ਜਿਹੜਾ ਉਹ ਵੀ ਤੁਹਾਡੀ ਐਪਲੀਕੇਸ਼ਨ ਤੇ ਜੁਆਇਨਿੰਗ ਰਿਪੋਰਟ ਦੇ ਨਾਲ ਲਿਆ ਜਾਵੇਗਾ। 11th ਪੁਆਇੰਟ ਹੈ 11ਵਾਂ ਇਹਦੇ ਵਿੱਚ ਕਿ ਦ ਟਰਮਸ ਐਂਡ ਕੰਡੀਸ਼ਨਸ ਲੇਡ ਡਾਊਨ ਇਨ ਅਪ੍ਰੈਂਟਿਸਸ਼ਿਪ ਐਕਟ 1961 ਐਜ਼ amended time to time applicable to graduate technician apprenticeship must be adhere to the concerned offices and the incumbent training। ਕਿ ਜੋ ਵੀ ਅਮੈਂਡਮੈਂਟਸ ਹੋਣਗੀਆਂ ਟਾਈਮ ਟੂ ਟਾਈਮ ਅਪ੍ਰੈਂਟਿਸਸ਼ਿਪ ਐਕਟ 1961 ਦੇ ਵਿੱਚ ਉਹ ਲਾਗੂ ਹੋਣਗੀਆਂ ਤੁਹਾਡੇ ਟ੍ਰੇਨਿੰਗ ਦੇ ਦੌਰਾਨ ਟ੍ਰੇਨੀਜ਼ ਦੇ ਉੱਪਰ ਔਰ ਸੰਬੰਧਿਤ ਆਫਿਸਿਸ ਦੇ ਜਿਹੜੇ ਵੀ ਕੰਸਰਨਡ ਆਫਿਸ ਨੇ ਉਹਨਾਂ 'ਤੇ ਵੀ। 12th ਔਰ ਲਾਸਟ ਪੁਆਇੰਟ ਇਹਦੇ 'ਚ ਨੋ ਟਰਾਂਸਫਰ ਰਿਕੁਐਸਟ ਵਿਲ ਬੀ ਇੰਟਰਟੇਨਡ। ਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਟਰਾਂਸਫਰ ਦੀ ਰਿਕੁਐਸਟ ਆ ਉਹ ਕੰਸੀਡਰ ਤੁਹਾਡੀ ਨਹੀਂ ਕੀਤੀ ਜਾਏਗੀ। ਜਿੱਥੇ ਤੁਹਾਡੀ ਇੱਕ ਵਾਰ ਜੁਆਇਨਿੰਗ ਹੋ ਜਾਂਦੀ ਹੈ ਤੁਹਾਡੀ ਅਪ੍ਰੈਂਟਿਸਸ਼ਿਪ ਹੈ ਜਿਹੜੀ ਉੱਥੇ ਹੀ ਚੱਲਦੀ ਰਹੇਗੀ। ਸੋ ਇਹ ਸੀ ਮਹੱਤਵਪੂਰਨ ਨਿਯਮ ਜਾਂ ਸ਼ਰਤਾਂ ਜਿਹਨਾਂ ਆਪਾਂ ਕਹਿੰਦੇ ਹਾਂ। ਹੋਰ ਕਿਸੇ ਤਰ੍ਹਾਂ ਦੀ ਕੋਈ ਤਾਜ਼ਾ ਅਪਡੇਟ ਦੇ ਲਈ, ਕੋਈ ਨਵੀਂ ਜਾਣਕਾਰੀ ਦੇ ਲਈ ਤੁਸੀਂ ਅਫੀਸ਼ੀਅਲ ਵੈਬਸਾਈਟ ਹੈ ਜਿਹੜੀ PSPCL ਦੀ ਉਹ ਵਿਜ਼ਿਟ ਕਰਦੇ ਰਹੋ ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਨਵੀਂ ਅਪਡੇਟ, ਨਵੀਂ ਨਿਊਜ਼ ਨੂੰ ਮਿਸ ਨਾ ਕਰੋ। ਤੁਸੀਂ ਅਕੋਰਡਿੰਗਲੀ ਆਪਣਾ ਅਗਲਾ ਜਿਹੜਾ ਪ੍ਰੋਸੈਸ ਹੈ ਉਹ ਕਰਦੇ ਰਹੋ। ਅਫੀਸ਼ੀਅਲ ਵੈਬਸਾਈਟ ਦਾ ਜਿਹੜਾ ਲਿੰਕ ਹੈ ਉਹ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਗਿਆ। ਇਹਦੇ ਨਾਲ ਹੀ ਜਿਹੜੇ ਕੈਂਡੀਡੇਟਸ ਨੂੰ ਡਿਪਲੋਮਾ ਔਰ ਗ੍ਰੈਜੂਏਟ ਅਪ੍ਰੈਂਟਿਸਸ਼ਿਪ ਦੇ ਲਈ, ਟੈਕਨੀਸ਼ੀਅਨ ਅਪ੍ਰੈਂਟਿਸਸ਼ਿਪ ਦੇ ਲਈ ਲੈਟਰਸ ਮਿਲ ਰਹੇ ਹੈ ਔਰ ਜੁਆਇਨ ਕਰਨ ਜਾ ਰਹੇ ਆ ਸਾਰਿਆਂ ਨੂੰ ਸਟੱਡੀਸ਼ਿਪ YouTube ਚੈਨਲ ਵੱਲੋਂ ਮੁਬਾਰਕਾਂ, ਬਹੁਤ ਬਹੁਤ ਕੰਗਰੈਚੁਲੇਸ਼ਨਸ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ, ਗੁੱਡ ਲੱਕ।